ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੋਹਰਾ ਕਰਤਾ ਹਰਤਾ ਸਰਬ ਜਗ, ਦਾਤਾ ਬੜਾ ਮਹਾਨ। ਤਿਸ ਹਰਿ ਕੋ ਮਮ ਬੰਦਨਾ, ਇਹ ਜੋ ਸਭ ਕੀ ਜਾਨ। ਮੰਨੇ ਕੀ ਗਤ ਕਹੀ ਨ ਜਾਏ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅਸੀਂ ਇਹ ਪੌੜੀ ਰੋਜ਼ ਹੀ ਜਪਜੀ ਸਾਹਿਬ ਵਿੱਚ ਪੜ੍ਹਦੇ ਅਤੇ ਸੁਣਦੇ ਹਾਂ। ਜੋ ਮੰਨਣ ਵਾਲੀਆਂ 4 ਪੌੜੀਆਂ ਹਨ, ਉਹਨਾਂ ਵਿੱਚੋਂ ਪਹਿਲੀ ਪੌੜੀ ਦਾ ਸਤਿਗੁਰੂ ਇਸ ਤਰ੍ਹਾਂ ਜ਼ਿਕਰ ਕਰਦੇ ਹਨ ਕਿ ਮੰਨੇ ਕੀ ਗਤ ਕਹੀ ਨਾ ਜਾਏ। ਜਿਸ ਨੇ ਮੰਨ ਲਿਆ, ਬਾਕੀ ਦੀਆਂ 3 ਪੌੜੀਆਂ ਦੁਲਾਵਾਂ ਦੇ ਨਾਲ ਹਨ। ਇਹ ਖਿਆਲ ਰੱਖਣ ਯੋਗ ਗੱਲ ਹੈ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਤਾਂ ਸਾਨੂੰ ਗੁਰਬਾਣੀ ਸਾਹਿਬ ਜੀ ਦੀ ਕਿਤਿਓਂ ਸੰਥਿਆ ਲੈਣੀ ਅਤੀ ਜ਼ਰੂਰੀ ਹੈ, ਕਿਉਂਕਿ ਸੰਥਿਆ ਤੋਂ ਬਗੈਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਲਾਂ ਤੇ ਦੁਲਾਵਾਂ ਦਾ ਕਿੰਨਾ ਜ਼ਿਆਦਾ ਅੰਤਰ ਭੇਦ ਹੈ, ਕਿੰਨਾ ਫਰਕ ਹੈ। ਉਚਾਰਨ ਦਾ ਵੀ ਫਰਕ ਹੈ, ਅਰਥਾਂ ਦਾ ਵੀ ਫਰਕ ਹੈ। ਸੋ ਆਪ ਜੀ ਨਾਲ ਇਤਨਾ ਕੁ ਸਾਂਝਾ ਕਰਦੇ ਹਾਂ। ਜਿਵੇਂ 4 ਪੌੜੀਆਂ ਮੰਨਣ ਦੀਆਂ ਹਨ, ਪਰ ਇਹਨਾਂ ਦੇ ਵਿੱਚ ਪਹਿਲੀ ਪੌੜੀ ਲਾਮ ਦੇ ਨਾਲ ਹੈ। ਮੰਨੇ ਕੀ ਗਤ ਕਹੀ ਨਾ ਜਾਏ। ਦੂਜੀਆਂ 3 ਪੌੜੀਆਂ ਨੰਨੇ ਨੂੰ, ਮੰਨੇ ਦੇ ਨੰਨੇ ਨੂੰ ਦੁਲਾਵਾਂ ਨਾਲ ਹਨ। ਉਹ ਹਨ ਮੰਨੈ ਸੁਰਤ ਹੋਵੈ ਮਨ ਬੁੱਧ। ਉਹ ਹੈ ਮੰਨੈ ਮਾਰਗ ਠਾਕ ਨ ਪਾਈ। ਤੇ ਚੌਥੀ ਪੌੜੀ ਹੈ ਮੰਨੈ ਪਾਵਹਿ ਮੋਖ ਦੁਆਰ। ਮੰਨੇ ਤੇ ਮੰਨੈ ਕਿੰਨਾ ਫਰਕ ਹੈ। ਪਹਿਲੀ ਪੌੜੀ ਵਿੱਚ ਸਤਿਗੁਰੂ ਫਰਮਾਉਂਦੇ ਹਨ ਕਿ ਜਿਹਨੇ ਮੰਨਣ ਕੀਤਾ ਹੈ, ਜਿਹਨੇ ਪ੍ਰਮਾਤਮਾ ਦੀ, ਗੁਰੂ ਜੀ ਦੇ ਬਚਨ ਨੂੰ ਮੰਨ ਲਿਆ ਹੈ, ਉਹਦੀ ਗਤ ਮਿਤ ਮਰਿਆਦਾ ਕਹੀ ਨਹੀਂ ਜਾ ਸਕਦੀ। ਤੇ ਦੂਜੀਆਂ ਜਿਹੜੀਆਂ ਬਾਕੀ ਦੀਆਂ 3 ਪੌੜੀਆਂ ਹਨ, ਉਹਨਾਂ ਵਿੱਚ ਪਾਤਸ਼ਾਹ ਫਰਮਾਉਂਦੇ ਹਨ ਕਿ ਮੰਨੈ, ਜੇ ਕੋਈ ਅਗਾਂਹ ਨੂੰ ਭਾਈ ਮੰਨੇਗਾ, ਇਹਨਾਂ ਦਾ ਮੰਨਣ ਕਰ ਲਵੇਗਾ, ਗੁਰੂ ਦੇ ਹੁਕਮ ਦਾ ਮੰਨਣ ਕਰੇਗਾ, ਉਸ ਨੂੰ ਕੀ ਕੀ ਪ੍ਰਾਪਤ ਹੋਣ ਵਾਲਾ ਹੈ, ਉਹ 3 ਪੌੜੀਆਂ ਵਿੱਚ ਦੱਸਦੇ ਹਨ। ਸੋ ਆਪਾਂ ਪਹਿਲੀ ਪੌੜੀ ਤੇ ਪਹਿਲੀ ਹੀ ਪੰਕਤੀ ਦੀ ਵਿਚਾਰ ਇੱਕ ਸਾਖੀ ਨਾਲ ਆਪ ਜੀ ਨਾਲ ਸਾਂਝੀ ਕਰਨ ਲੱਗੇ ਹਾਂ। ਜਿਸ ਨੇ ਮੰਨਿਆ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਜਿਨ੍ਹਾਂ ਨੇ ਚੋਰਾਂ, ਠੱਗਾਂ ਤੇ ਰਾਖਸ਼ਾਂ ਨੂੰ ਉਪਦੇਸ਼ ਦੇ ਕੇ ਦੇਵਤਾ ਰੂਪ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਨਗਰ ਦੇ ਬਾਹਰ ਜਾ ਬੈਠੇ। ਉੱਥੇ ਇੱਕ ਭੂਮੀਆ ਨਾਮੀ ਦਾ ਚੋਰ ਰਹਿੰਦਾ ਸੀ, ਜੋ ਸੰਤਾਂ ਮਹਾਤਮਾ ਦੀ ਸੇਵਾ ਕਰਦਾ ਸੀ। ਉਸਨੇ ਪ੍ਰਸ਼ਾਦ ਤਿਆਰ ਕਰਕੇ ਗੁਰੂ ਸਾਹਿਬ ਜੀ ਅੱਗੇ ਲਿਆ ਰੱਖਿਆ। ਗੁਰੂ ਪਾਤਸ਼ਾਹ ਗੁਰੂ ਬਾਬਾ ਜੀ ਨੇ ਪੁੱਛਿਆ ਕਿ ਤੂੰ ਕੀ ਕਿਰਤ ਕਰਦਾ ਹੈ, ਸੱਚੋ ਸੱਚ ਆਖ। ਤਾਂ ਉਸਨੇ ਕਿਹਾ ਕਿ ਮੈਂ ਚੋਰੀ ਕਰਕੇ ਸੰਤਾਂ ਮਹਾਤਮਾ ਦੀ ਸੇਵਾ ਕਰਦਾ ਹਾਂ। ਗੁਰੂ ਜੀ ਨੇ ਬਚਨ ਕੀਤਾ
ਕਿ ਚੋਰੀ ਕਰਨੀ ਬੜਾ ਭਾਰਾ ਪਾਪ ਹੈ, ਇਸ ਨੂੰ ਤੂੰ ਛੱਡ ਦੇ। ਤਾਂ ਉਸਨੇ ਕਿਹਾ ਕਿ ਮੇਰਾ ਇਹ ਸੁਭਾਅ ਹੈ, ਮੈਂ ਚੋਰੀ ਛੱਡ ਨਹੀਂ ਸਕਦਾ, ਕੋਈ ਹੋਰ ਉਪਦੇਸ਼ ਦੇ ਦਿਓ। ਤਦ ਗੁਰੂ ਜੀ ਨੇ ਬਚਨ ਕੀਤਾ ਕਿ ਜੇ ਤੂੰ ਸਾਡੇ ਵਾਕ ਤੇ, ਸਾਡੇ ਇਸ ਬਚਨ ਤੇ ਭਰੋਸਾ ਕਰੇਗਾ ਤਾਂ ਅਸੀਂ ਤੈਨੂੰ ਉਪਦੇਸ਼ ਦੇਵਾਂਗੇ। ਤਾਂ ਉਸਨੇ ਦੀਨ ਹੋ ਕੇ, ਭਾਵ ਨਿਮਰਤਾ ਵਿੱਚ ਆ ਕੇ ਸਤਿਗੁਰੂ ਜੀ ਦਾ ਬਚਨ ਮੰਨ ਲਿਆ। ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੰਦਿਆਂ ਕਿਹਾ, ਪਿਛਲੀ ਰਾਤ ਜਾਗਣਾ, ਭਾਵ ਅੰਮ੍ਰਿਤ ਵੇਲੇ ਇਸ਼ਨਾਨ ਅਤੇ ਭਜਨ ਕਰਨਾ। ਦੂਸਰਾ, ਗਰੀਬ, ਬਾਲ, ਇਸਤਰੀ ਅਤੇ ਬਿਰਧ ਨੂੰ ਨਹੀਂ ਸਤਾਉਣਾ। ਕਹਿਣ ਤੋਂ ਭਾਵ ਕਿ ਗਰੀਬ ਨੂੰ ਤੇ ਬੱਚੇ ਨੂੰ ਤੇ ਇਸਤਰੀ ਨੂੰ ਅਤੇ ਬਜ਼ੁਰਗਾਂ ਨੂੰ ਨਹੀਂ ਸਤਾਉਣਾ। ਸੰਤ ਤੇ ਗੁਰੂ ਦੀ ਸੇਵਾ ਕਰਨੀ। ਤੀਸਰਾ, ਸੱਚ ਬੋਲਣਾ। ਚੌਥਾ ਬਚਨ ਇਹ ਹੈ ਕਿ ਲੂਣ ਖਾ ਕੇ ਬੁਰਾ ਨਹੀਂ ਕਰਨਾ, ਭਾਵ ਹਰਾਮ ਨਹੀਂ ਕਰਨਾ। ਇਸ ਤਰ੍ਹਾਂ ਦੇ ਨਿਯਮ ਗੁਰੂ ਜੀ ਨੇ ਉਸ ਨੂੰ ਦੱਸੇ ਅਤੇ ਉਸਨੇ ਸਭ ਮਨਜ਼ੂਰ ਕਰ ਲਏ ਤੇ ਗੁਰੂ ਜੀ ਦਾ ਸਿੱਖ ਬਣ ਗਿਆ। ਉਸ ਦਿਨ ਤੋਂ ਉਹ ਵੱਡੇ ਧਨੀ ਦੀ ਚੋਰੀ ਅਤੇ ਕਰੇ ਤੇ ਸੱਚ ਬੋਲੇ। ਇੱਕ ਦਿਨ ਰਾਤ ਨੂੰ ਚੰਗੀ ਪੁਸ਼ਾਕ ਪਹਿਨ ਕੇ ਰਾਜਾ ਦੇ ਘਰ ਚੋਰੀ ਕਰਨ ਗਿਆ। ਡਿਉੜੀ ਵਾਲੇ ਨੇ ਪੁੱਛਿਆ ਕਿ ਆਪ ਜੀ ਕੌਣ ਹੋ? ਤਾਂ ਇਸਨੇ ਕਿਹਾ ਕਿ ਮੈਂ ਭਾਈ ਚੋਰ ਹਾਂ। ਉਸਨੇ ਮਖੌਲ ਸਮਝ ਕੇ ਨਾ ਰੋਕਿਆ, ਅੰਦਰ ਜਾਣ ਦਿੱਤਾ। ਅੰਦਰ ਜਾ ਕੇ ਉਹ ਕਿਲੇ ਦੇ ਇੱਕ ਕੋਨੇ ਵਿੱਚ ਲੁਕ ਰਿਹਾ। ਜਦ ਸਾਰੇ ਸੌਂ ਗਏ ਤਾਂ ਰਾਣੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਬੰਨ੍ਹ ਕੇ ਤੁਰਨ ਲੱਗਾ ਤਾਂ ਇੱਕ ਡੱਬੀ ਨਜ਼ਰ ਪਈ। ਉਸਨੇ ਡੱਬੀ ਨੂੰ ਖੋਲ੍ਹਿਆ ਅਤੇ ਵਿਚਾਰਿਆ, ਪਤਾ ਨਹੀਂ ਡੱਬੀ ਵਿੱਚ ਕੀ ਪਿਆ ਹੋਇਆ ਹੈ। ਉਸ ਵਿੱਚ ਲੂਣ ਪਿਆ ਹੋਇਆ ਸੀ। ਤਾਂ ਇਹਨੇ ਫਿਰ ਉਂਗਲ ਨਾਲ ਡੱਬੀ ਵਿੱਚੋਂ ਲੂਣ ਜ਼ਬਾਨ ਨੂੰ ਲਾ ਲਿਆ। ਉਸੇ ਵਕਤ ਗੁਰੂ ਜੀ ਦਾ ਹੁਕਮ ਯਾਦ ਆ ਗਿਆ ਕਿ ਲੂਣ ਖਾ ਕੇ ਕਿਸੇ ਦਾ ਬੁਰਾ ਨਹੀਂ ਕਰਨਾ, ਹਰਾਮ ਨਹੀਂ ਕਰਨਾ, ਭਾਵ ਚੋਰੀ ਨਹੀਂ ਕਰਨੀ। ਪੰਡ ਬੰਨੀ ਬਣਾਈ ਛੱਡ ਕੇ ਉਹ ਉਸੇ ਤਰ੍ਹਾਂ ਹੀ ਸੱਚ ਆਖ ਕੇ ਬਾਹਰ ਚਲਾ ਗਿਆ। ਦਿਨ ਚੜ੍ਹੇ ਰਾਜਾ ਨੂੰ ਖਬਰ ਹੋਈ ਕਿ ਸਭ ਮਾਲ ਬੰਨ੍ਹ ਕੇ ਕੋਈ ਚੋਰ ਛੱਡ ਗਿਆ ਹੈ। ਤਦ ਰਾਜੇ ਨੇ ਨਗਰ ਵਿੱਚ ਢੰਡੋਰਾ ਫਿਰਾਇਆ ਕਿ ਜਿਸਨੇ ਵੀ ਮਹਿਲਾਂ ਵਿੱਚ ਚੋਰੀ ਕੀਤੀ ਹੈ ਉਹ ਹਾਜ਼ਰ ਹੋਵੇ, ਉਸ ਨੂੰ ਇਨਾਮ ਮਿਲੇਗਾ ਅਤੇ ਮਾਫ ਕੀਤਾ ਜਾਵੇਗਾ। ਢੰਡੋਰਾ ਸੁਣ ਕੇ ਭੂਮੀਆਂ ਚੋਰ ਹਾਜ਼ਰ ਹੋ ਗਿਆ। ਸੋ ਇਸ ਤੋਂ ਪਹਿਲਾਂ ਹੋਰ ਵੀ ਚੋਰ ਕਈ ਰਾਜੇ ਨੇ ਜਬਰੀ ਪਕੜਨਾ ਕੀਤੇ, ਉਹਨਾਂ ਨੂੰ ਮਾਰ ਪੈਣ ਲੱਗੀ। ਤੇ ਗੁਰੂ ਪਾਤਸ਼ਾਹ ਦਾ ਬਚਨ ਸੀ ਕਿ ਗਰੀਬ ਤੇ ਕਿਸੇ ਤੇ ਇਹ ਅਤਿਆਚਾਰ ਮਾਰ ਵੀ ਨਹੀਂ ਹੋਣ ਦੇਣੀ। ਸੋ ਇਸ ਵੇਰ ਭੂਮੀਆਂ ਚੋਰ ਨੇ ਉੱਥੇ ਪਹੁੰਚਣਾ ਕੀਤਾ ਕਿ ਗਰੀਬ ਮਾਰ ਹੋ ਰਹੀ ਆ, ਵੀ ਚੋਰੀ ਤਾਂ ਮੈਂ ਕਰਨ ਗਿਆ ਸੀ ਤੇ ਕਿਸੇ ਕਾਰਨ ਗੁਰੂ ਦੇ ਬਚਨ ਤੋਂ ਮੈਂ ਉੱਥੇ ਛੱਡ ਕੇ ਆ ਗਿਆ ਮਾਲ, ਪਰ ਇਹ ਤਾਂ ਨਜਾਇਜ਼ ਹੀ ਵਿਚਾਰਿਆਂ ਨੂੰ ਕੁੱਟ ਪੈ ਰਹੀ ਆ। ਰਾਜੇ ਨੇ ਪੁੱਛਿਆ, ਭੂਮੀਆਂ ਚੋਰ ਜਦੋਂ ਗਿਆ, ਕਿ ਤੂੰ ਗਹਿਣਿਆਂ ਦੀ ਪੰਡ ਬੰਨ੍ਹ ਕੇ ਕਿਉਂ ਛੱਡ ਗਿਆ ਹੈ? ਉਸਨੇ ਕਿਹਾ ਕਿ ਮੈਂ ਗੁਰੂ ਨਾਨਕ ਜੀ ਦਾ ਹੁਕਮ ਮੰਨਿਆ ਹੈ, ਜੋ ਲੂਣ ਖਾ ਕੇ ਚੋਰੀ ਨਹੀਂ ਕਰਨੀ, ਭਾਵ ਹਰਾਮ ਨਹੀਂ ਕਰਨਾ। ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਅਤੇ ਭੂਮੀਏ ਨੂੰ ਬਹੁਤ ਸਾਰਾ ਇਨਾਮ ਦਿੱਤਾ ਅਤੇ ਆਖਿਆ ਕਿ ਮੈਨੂੰ ਵੀ ਗੁਰੂ ਨਾਨਕ ਜੀ ਦੇ ਦਰਸ਼ਨ ਕਰਾ। ਸਮਾਂ ਪਾ ਕੇ ਗੁਰੂ ਜੀ ਫਿਰ ਉਸ ਨਗਰ ਵਿੱਚ ਆਏ। ਭੂਮੀਆਂ ਰਾਜੇ ਨੂੰ ਆਪਣੇ ਨਾਲ ਲਿਜਾ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਰੱਜ ਰੱਜ ਕੇ ਰਾਜੇ ਨੇ ਵੀ ਦਰਸ਼ਨ ਕੀਤੇ। ਰਾਜਾ ਵੀ ਗੁਰੂ ਜੀ ਦਾ ਸੇਵਕ ਬਣ ਗਿਆ। ਅਥਾਹ ਰਹਿਮਤਾਂ, ਬੇਅੰਤ ਰਹਿਮਤਾਂ
ਗੁਰੂ ਪਾਤਸ਼ਾਹ ਗੁਰੂ ਬਾਬੇ ਕੋਲੋਂ ਪ੍ਰਾਪਤ ਕਰਕੇ ਨਿਹਾਲ 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 ਹੋਇਆ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।